ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ। ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦਿਖਾਵਾਂਗੇ ਕੈਨੇਡਾ ਭਰ ਵਿੱਚ ਕੋਰੋਨਾ ਵਾਇਰਸ ਸੰਬੰਧੀ ਅੰਕੜੇ। ਕੈਨੇਡਾ ਸਰਕਾਰ ਨੇ CERB ਬਾਰੇ ਸਭ ਤੋਂ ਜ਼ਿਆਦਾ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਇਕੱਠਿਆਂ ਕੀਤੇ ਜਾਰੀ। ਪੰਜਾਬੀ ਭਾਸ਼ਾ ਦੇ ਵਿੱਚ ਵੀ ਹੈ ਜਾਣਕਾਰੀ, ਦੱਸਾਂਗੇ ਕਿਵੇਂ ਕਰੋ ਪਹੁੰਚ। ਬ੍ਰਿਟਿਸ਼ ਕੋਲੰਬੀਆ ਵਿੱਚ ਜ਼ਰੂਰੀ ਕਾਮਿਆਂ ਦੀਆਂ ਤਨਖਾਹਾਂ 'ਚ ਕੀਤਾ ਗਿਆ ਵਾਧਾ। $4 ਪ੍ਰਤੀ ਘੰਟੇ ਦੇ ਹਿਸਾਬ ਨਾਲ ਵਾਧਾ, ਦੱਸਾਂਗੇ ਕਿੰਨੇ ਚਿਰ ਤੱਕ ਵਧੀ ਰਹੇਗੀ ਤਨਖਾਹ। ਕੈਨੇਡਾ ਤੇ ਅਮਰੀਕਾ ਦਰਮਿਆਨ ਬਾਰਡਰ ਬੰਦ ਕਰਨ ਲਈ 30 ਦਿਨ ਦਾ ਕੀਤਾ ਗਿਆ ਹੋਰ ਵਾਧਾ। ਆਪ ਬਣਾ ਕੇ ਮਾਸਕ ਵੇਚਣ ਵਾਲੇ ਕੀ ਕਰ ਰਹੇ ਨੇ ਵੱਡੀ ਗਲਤੀ, ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਬਾਰੇ ਦੱਸਾਂਗੇ। ਦੱਸਾਂਗੇ ਕਿੱਥੇ ਪੁਲਿਸ ਸਟੇਸ਼ਨ ਦੇ ਅੰਦਰ ਵਿਸਫੋਟਕ ਸਮੱਗਰੀ ਲੈ ਕੇ ਪਹੁੰਚਿਆ ਇੱਕ ਵਿਅਕਤੀ, 90 ਮਿੰਟ ਲਈ ਖਾਲੀ ਕਰਨਾ ਪਿਆ ਵਿਭਾਗ। ਐਡਮੰਟਨ 'ਚ ਗਰਮੀਆਂ ਦੌਰਾਨ ਲੈਮੋਨੇਡ ਵੇਚ ਕੇ ਬੱਚਿਆਂ ਦੇ ਹਸਪਤਾਲ ਲਈ ਚੰਦਾ ਇਕੱਠਾ ਕਰਨ ਨਾਲ ਮਸ਼ਹੂਰ ਹੋਈ 7 ਸਾਲਾ ਬੱਚੀ ਦਾ ਕਤਲ, ਘਰ 'ਚ ਹੀ ਮਾਰਿਆ ਗਿਆ ਚਾਕੂ। ਕੈਨੇਡਾ ਫੌਜ ਦੇ ਕ੍ਰੈਸ਼ ਹੋਏ ਜਹਾਜ਼ ਦੇ ਮਲਬੇ ਨੂੰ ਲੱਭਣ ਲਈ ਅਮਰੀਕੀ ਫੌਜ ਨੇ ਮਦਦ ਕਰਨੀ ਕੀਤੀ ਸ਼ੁਰੂ। ਦੱਸਾਂਗੇ ਕਿਵੇਂ ਧਰਤੀ ਨੂੰ ਕੋਵਿਡ-19 ਦੌਰਾਨ ਹੋਇਆ ਫਾਇਦਾ। ਕੈਨੇਡਾ ਵਿੱਚ 20% ਤੱਕ ਘੱਟ ਹੋਈਆਂ ਗ੍ਰੀਨ ਹਾਊਸ ਗੈਸਾਂ ਨਿਕਲਣੀਆਂ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਦਿਖਾਉਂਦੇ ਹਾਂ ਕੈਨੇਡਾ ਭਰ ਤੋਂ ਅੰਕੜੇ, ਹਰ ਸੂਬੇ ਤੋਂ, ਜੋ ਅਸੀਂ ਤੁਹਾਨੂੰ ਅੱਜ ਵੀ ਅੰਕੜੇ ਦਿਖਾਉਣੇ ਨੇ। ਉਸ ਦੇ ਵਿੱਚ ਸਭ ਤੋਂ ਜ਼ਿਆਦਾ ਵਧੀਆ ਗੱਲ ਇਹ ਹੈ ਕਿ ਬਹੁਤ ਸਾਰੇ ਅਜਿਹੇ ਅੰਕੜੇ ਨੇ ਜਿਹੜੇ ਕੱਲ੍ਹ ਵੀ ਉਹੀ ਸਨ ਤੇ ਅੱਜ ਵੀ ਉਹੀ ਨੇ, ਯਾਨੀ ਕਿ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਕਈ ਥਾਵਾਂ ਤੇ ਵੱਧ ਹੀ ਨਹੀਂ ਰਹੀ ਤੇ ਕਰੋਨਾ ਵਾਇਰਸ ਦੇ ਮਾਮਲੇ ਨੇ ਜਿਹੜੇ ਉਹ ਬੇਹੱਦ ਘਟ ਗਏ ਨੇ, ਜਿਸ ਦੇ ਨਾਲ ਉਮੀਦ ਦੀ ਇੱਕ ਚੰਗੀ ਕਿਰਨ ਵੀ ਬੱਝੀ ਹੈ। ਕੈਨੇਡਾ ਭਰ ਵਿੱਚ ਹੁਣ ਤੱਕ 79,101 ਮਰੀਜ਼ਾਂ ਦੀ ਗਿਣਤੀ ਹੋ ਚੁੱਕੀ ਹੈ। 5912 ਮੌਤਾਂ ਹੋ ਚੁੱਕੀਆਂ ਨੇ ਤੇ 40,333 ਵਿਅਕਤੀ ਠੀਕ ਵੀ ਹੋ ਚੁੱਕੇ ਨੇ। ਐਲਬਰਟਾ ਤੋਂ 6716 ਮਾਮਲੇ ਸਾਹਮਣੇ ਆਏ, 128 ਮੌਤਾਂ ਹੋਈਆਂ। ਬ੍ਰਿਟਿਸ਼ ਕੋਲੰਬੀਆ ਤੋਂ 2446 ਮਾਮਲੇ ਸਾਹਮਣੇ ਆਏ, 146 ਮੌਤਾਂ ਹੋਈਆਂ। ਮੈਨੀਟੋਬਾ ਤੋਂ 290 ਮਾਮਲੇ ਸਾਹਮਣੇ ਆਏ, 7 ਮੌਤਾਂ ਹੋਈਆਂ। ਨਿਊ ਬ੍ਰੰਸਵਿਕ ਤੋਂ 120 ਮਾਮਲੇ ਸਾਹਮਣੇ ਆਏ। ਨਿਊਫਾਊਂਡਲੈਂਡ ਤੋਂ 260 ਮਾਮਲੇ ਸਾਹਮਣੇ ਆਏ, 3 ਮੌਤਾਂ ਹੋਈਆਂ। ਨੋਵਾ ਸਕੋਸ਼ੀਆ ਤੋਂ 1044 ਮਾਮਲੇ ਸਾਹਮਣੇ ਆਏ, 56 ਮੌਤਾਂ ਹੋਈਆਂ। ਓਨਟਾਰੀਓ ਤੋਂ 23,384 ਮਾਮਲੇ ਸਾਹਮਣੇ ਆਏ, 2018 ਮੌਤਾਂ ਹੋਈਆਂ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਸਾਹਮਣੇ ਆਏ। ਕਿਊਬੈਕ ਤੋਂ 44,197 ਮਾਮਲੇ ਸਾਹਮਣੇ ਆਏ, 3647 ਮੌਤਾਂ ਹੋਈਆਂ। ਸਸਕੈਚਵਨ ਤੋਂ 599 ਮਾਮਲੇ ਸਾਹਮਣੇ ਆਏ, 6 ਮੌਤਾਂ ਹੋਈਆਂ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਾਮਲੇ ਸਾਹਮਣੇ ਆਏ ਤੇ ਯੂਕੋਨ ਤੋਂ 11 ਮਾਮਲੇ ਸਾਹਮਣੇ ਆਏ। ਇਸ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਸਰਕਾਰ ਦੇ ਵੱਲੋਂ ਇਸ ਦੌਰਾਨ ਜਿਹੜੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ, ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ CERB ਨੂੰ ਲੈ ਕੇ ਬਹੁਤ ਸਾਰੀ ਜਾਣਕਾਰੀ ਹੈ ਜੋ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਉਸ ਦੇ ਵਿੱਚ ਅਹਿਮ ਹੈ ਕਿ ਜਿਹੜੇ ਬਹੁਤ ਜ਼ਿਆਦਾ ਸਵਾਲ ਪੁੱਛੇ ਜਾਂਦੇ ਨੇ ਤੇ ਉਹਨਾਂ ਸਵਾਲਾਂ ਦੇ ਇੱਕ ਇੱਕ ਕਰਕੇ ਜਵਾਬ ਦੇਣ ਨਾਲੋਂ ਵੈਬਸਾਈਟ ਦੇ ਉੱਤੇ ਕੈਨੇਡਾ ਸਰਕਾਰ ਦੀ CERB ਦੇ ਬਾਰੇ ਕਈ ਅਜਿਹੇ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਜੋ ਆਮ ਹੀ ਲੋਕਾਂ ਦੇ ਵੱਲੋਂ ਬਾਰ-ਬਾਰ ਪੁੱਛੇ ਜਾਂਦੇ ਨੇ, ਜਿਸ ਦੇ ਬਾਰੇ ਤੁਸੀਂ ਜਾ ਕੇ ਆਨਲਾਈਨ ਦੇਖ ਸਕਦੇ ਹੋ। CERB ਦੀ ਇਨਫੋਰਮੇਸ਼ਨ ਦੇ ਵਿੱਚ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਕਿ ਪੰਜਾਬੀ ਭਾਸ਼ਾ 'ਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਤੇ ਸਿਰਫ ਇੰਨਾ ਹੀ ਨਹੀਂ, ਸਗੋਂ CCB ਦੇ ਬਾਰੇ ਵੀ, ਜੋ ਕਿ ਕੈਨੇਡਾ ਚਾਈਲਡ ਬੈਨੀਫਿਟ ਹੈਗਾ, ਉਹਦੇ ਵਾਸਤੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਸ ਦੇ ਲਈ ਵੀ ਪੰਜਾਬੀ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਨਾ ਸਿਰਫ ਇੰਨਾ, ਸਗੋਂ ਪੰਜਾਬੀ ਦੇ ਵਿੱਚ ਹੀ ਜਾਣਕਾਰੀ ਦਿੰਦੇ ਹੋਏ ਉੱਥੇ ਵੀ ਲਿਖਿਆ ਗਿਆ ਹੈ ਕਿ ਜੇਕਰ ਜਿੰਨੇ ਵੀ ਸਵਾਲਾਂ ਦੇ ਜਵਾਬ ਇੱਥੇ ਦਿੱਤੇ ਗਏ ਨੇ ਉਸ ਦੇ ਵਿੱਚ ਤੁਹਾਨੂੰ ਆਪਣੇ ਸਵਾਲ ਦਾ ਜਵਾਬ ਨਹੀਂ ਮਿਲਦਾ ਤਾਂ ਅੱਗੇ ਫੋਨ ਨੰਬਰ ਹੈ ਤੇ ਇਹ ਲਿੰਕ ਨੇ ਜਿੱਥੇ ਜਾ ਕੇ ਤੁਸੀਂ CERB ਅਪਲਾਈ ਕਰ ਸਕਦੇ ਹੋ ਜਾਂ CCB ਅਪਲਾਈ ਕਰ ਸਕਦੇ ਹੋ ਤੇ ਨਾਲ ਹੀ ਉਸ ਫੋਨ ਨੰਬਰ ਦੇ ਉੱਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਇਸ ਦੇ ਵਿੱਚ ਬਾਰ-ਬਾਰ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ੰਕਾ ਮਨ ਦੇ ਵਿੱਚ ਹੋਵੇ ਤਾਂ ਉਸ ਨੂੰ ਖਤਮ ਕਰਨ ਦੇ ਲਈ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ। ਹਰ ਪੱਖੋਂ ਉਹਨਾਂ ਵੱਲੋਂ ਮਦਦ ਕਰਨ ਦੀ ਕੋਸ਼ਿਸ਼ ਇਸ ਸਮੇਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਵੀ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਜਦੋਂ ਤੁਸੀਂ ਅਜਿਹੇ ਬੈਨੀਫਿਟ ਜੋ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਦੇ ਲਈ ਅਪਲਾਈ ਵੀ ਕਰਨਾ ਹੈ ਤਾਂ ਸਹੀ ਜਾਣਕਾਰੀ ਦਿੱਤੀ ਜਾਣੀ ਬੇਹੱਦ ਜ਼ਰੂਰੀ ਹੈ, ਜਿਸ ਦੇ ਵਿੱਚ ਬਿਲਕੁਲ ਵੀ ਗਲਤ ਜਾਣਕਾਰੀ ਨਾ ਭਰੀ ਜਾਵੇ ਜੋ ਗੈਰ ਕਾਨੂੰਨੀ ਹੋਵੇਗਾ। ਤੇ ਇਸ ਦੇ ਨਾਲ ਹੀ ਲਿੰਕ ਵੀ ਇੱਥੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਅਸੀਂ ਸਾਂਝਾ ਕਰ ਦੇਵਾਂਗੇ, ਜਿਸ ਦੇ ਉੱਤੇ ਜਾ ਕੇ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਆਪਣੇ ਸਵਾਲਾਂ ਦੇ ਜਵਾਬ ਜਾਣ ਸਕਦੇ ਹੋ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ
ਕਾਮਿਆਂ ਦੀ ਤਨਖਾਹ ਵਧਾ ਦਿੱਤੀ ਗਈ ਹੈ, ਜਿਨ੍ਹਾਂ ਦੇ ਬਾਰੇ ਫੈਡਰਲ ਸਰਕਾਰ ਤੇ ਸੂਬਿਆਂ ਦੇ ਦਰਮਿਆਨ ਐਗਰੀਮੈਂਟ ਹੋਇਆ ਸੀ ਕਿ ਜਿਹੜੇ ਜ਼ਰੂਰੀ ਕਾਮੇ ਨੇ ਉਹਨਾਂ ਦੀ ਕਮਾਈ ਜੇਕਰ ਮਹੀਨੇ ਦੀ $2500 ਤੋਂ ਘੱਟ ਹੁੰਦੀ ਹੈ ਤਾਂ ਉਹਨਾਂ ਦੀ ਤਨਖਾਹ 'ਚ ਵਾਧਾ ਕਰ ਦਿੱਤਾ ਜਾਵੇਗਾ। ਤੇ ਹੁਣ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਪ੍ਰਤੀ ਘੰਟਾ $4 ਦੇ ਹਿਸਾਬ ਨਾਲ ਤਨਖਾਹ 'ਚ ਵਾਧਾ ਕਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਿਹਾ ਕਰੀਬ 2.5 ਲੱਖ ਤੋਂ ਵੱਧ ਕਾਮਿਆਂ ਨੂੰ ਇਸ ਤਹਿਤ ਮਦਦ ਮਿਲ ਰਹੀ ਹੈ, ਜਿਨ੍ਹਾਂ ਨੂੰ ਜਿਹੜੇ ਪਿਛਲੇ ਦਿਨ 15 ਮਾਰਚ ਤੱਕ ਦੇ ਲੰਘੇ ਨੇ ਉਹਨਾਂ ਦੀ ਵੀ ਹੁਣ ਤੱਕ ਜਿਹੜੀ ਵੱਧ ਕੇ ਤਨਖਾਹ ਹੋਣੀ ਹੈ ਉਹ ਆਵੇਗੀ। ਫਿਲਹਾਲ ਦੇ ਲਈ ਇਹ 16 ਹਫ਼ਤੇ ਦੇ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਵਿੱਚ 2.5 ਲੱਖ ਤੋਂ ਵੱਧ ਕਾਮਿਆਂ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਰ ਘੰਟੇ ਦੇ ਵੱਧ $4 ਮਿਲਣਗੇ। ਤੇ ਜਿਨ੍ਹਾਂ ਨੂੰ ਇਹ ਮਦਦ ਮਿਲਣੀ ਹੈ ਉਹਨਾਂ ਨੂੰ ਕਿਤੇ ਜਾ ਕੇ ਅਪਲਾਈ ਕਰਨ ਦੀ ਲੋੜ ਨਹੀਂ ਹੈ। ਆਪਣੇ ਆਪ ਜਦੋਂ ਉਹਨਾਂ ਦੀ ਤਨਖਾਹ ਹੋਣੀ ਹੈ ਤਾਂ ਉਸ ਦੇ ਵਿੱਚ ਵਾਧਾ ਹੋ ਕੇ ਆਵੇਗਾ। ਇੰਪਲੋਇਰ ਨੇ ਜਿਹੜੇ ਉਹ ਉਸ ਦੇ ਵਿੱਚ ਕੰਮ ਕਰਨਗੇ ਤੇ ਇੰਪਲੋਇਰਸ ਦੇ ਵੱਲੋਂ ਹੀ ਤਨਖਾਹ ਦੇ ਵਿੱਚ ਵਾਧਾ ਕਰਕੇ ਦਿੱਤਾ ਜਾਵੇਗਾ ਤੇ ਜਿਹੜੇ ਪਿਛਲੀ ਪੇਮੈਂਟ ਹੈ ਉਹ ਵੀ ਆ ਜਾਵੇਗੀ, ਕਿਉਂਕਿ ਇਹ ਪ੍ਰੋਗਰਾਮ 15 ਮਾਰਚ ਤੋਂ ਲਾਗੂ ਕੀਤਾ ਗਿਆ ਹੈ। ਉਹ ਵੀ ਸਭ ਨੂੰ ਆਪਣੇ ਆਪ ਆ ਜਾਵੇਗੀ। ਕਾਮਿਆਂ ਨੂੰ ਕਿਤੇ ਜਾ ਕੇ ਵੀ ਅਪਲਾਈ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਕਈਆਂ ਦੇ ਵੱਲੋਂ ਸਵਾਲ ਪੁੱਛੇ ਜਾ ਰਹੇ ਸਨ ਕਿ ਉਹਨਾਂ ਨੂੰ ਉਹ ਮਦਦ ਮਿਲੇਗੀ ਜਾਂ ਫਿਰ ਉਹ ਕਿਹੜੇ ਅਦਾਰੇ ਦੇ ਵਿੱਚ ਨੇ ਉਹਨਾਂ ਨੂੰ ਮਦਦ ਮਿਲੇਗੀ। ਤਾਂ ਇਸ ਦੇ ਵਾਸਤੇ ਤੁਹਾਨੂੰ ਇਹ ਤਾਂ ਹੈ ਨਹੀਂ ਕਿ ਕਿਤੇ ਜਾ ਕੇ ਅਪਲਾਈ ਕਰਨਾ ਪੈਣਾ। ਜਿਨ੍ਹਾਂ ਨੂੰ ਇਹ ਮਦਦ ਮਿਲਣੀ ਹੈ ਉਹਨਾਂ ਦੇ ਜਿਹੜੀ ਤਨਖਾਹ ਆਉਂਦੀ ਹੈ ਉਸ ਦੇ ਵਿੱਚ ਆਪਣੇ ਆਪ ਵਾਧਾ ਹੋ ਕੇ ਆ ਜਾਵੇਗਾ। ਆਪਣੇ ਆਪ ਪਤਾ ਲੱਗ ਜਾਵੇਗਾ ਕਿ ਕਿਸ ਨੂੰ ਇਹ ਮਦਦ ਮਿਲ ਰਹੀ ਹੈ ਤੇ ਕਿਸ ਨੂੰ ਨਹੀਂ, ਜਿਸ ਦੇ ਵਿੱਚ ਫਰੰਟ ਲਾਈਨ ਵਰਕਰ ਵੀ ਆਉਂਦੇ ਨੇ, ਕੇਅਰ ਹੋਮਸ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉਹ ਵੀ ਆਉਂਦੇ ਨੇ, ਨਿੱਜੀ ਤੌਰ ਦੇ ਉੱਤੇ ਜਿਹੜੇ ਸੇਵਾ ਦਿੰਦੇ ਨੇ ਇਸ ਸੰਬੰਧੀ ਉਹ ਵੀ ਆਉਂਦੇ ਨੇ ਕੇਅਰ ਕਰਨ ਦੇ ਵਾਸਤੇ। ਤੇ ਨਾਲ ਹੀ ਹੋਰ ਜਿੰਨੇ ਵੀ ਕਾਮਿਆਂ ਨੂੰ ਮਦਦ ਸਰਕਾਰ ਦੇ ਵੱਲੋਂ ਤਨਖਾਹ ਵਧਾਉਣ 'ਚ ਮਿਲ ਰਹੀ ਹੈ ਆਪਣੇ ਆਪ ਉਹਨਾਂ ਨੂੰ ਮਦਦ ਪਹੁੰਚ ਜਾਵੇਗੀ, ਤਨਖਾਹ 'ਚ ਵਾਧਾ ਹੋ ਕੇ ਆਵੇਗਾ। ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜਿਹੜੇ ਜਦੋਂ ਕੋਵਿਡ-19 ਦੇ ਦੌਰਾਨ ਕਈ ਚੀਜ਼ਾਂ ਦੀ ਲੋੜ ਬਹੁਤ ਜ਼ਿਆਦਾ ਪਈ ਤਾਂ ਆਪ ਹੀ ਉਸ ਸਮਾਨ ਨੂੰ ਤਿਆਰ ਕਰਕੇ ਵੇਚਣ ਲੱਗ ਪਏ, ਜਿਨ੍ਹਾਂ ਨੇ ਇਸ ਸੰਬੰਧੀ ਬਿਜ਼ਨਸ ਤਿਆਰ ਕੀਤਾ। ਪਰ ਇਸ ਦੇ ਵਿੱਚ ਜਿਵੇਂ ਕਿ ਮਾਸਕ ਵੇਚੇ ਜਾਣੇ, ਸੈਨੀਟਾਈਜ਼ਰ ਵੇਚੇ ਜਾਣੇ, ਤਾਂ ਉਸ ਦੇ ਵਿੱਚ ਨੌਨ ਮੈਡੀਕਲ ਮਾਸਕ ਨੇ ਜਿਹੜੇ ਉਹਨਾਂ ਨੂੰ ਵੇਚੇ ਜਾਣ ਦੇ ਲਈ ਲੇਬਲ ਲਗਾਉਣਾ ਬਹੁਤ ਜ਼ਰੂਰੀ ਹੈ, ਜਿਸ ਦੇ ਲਈ ਅਧਿਕਾਰੀਆਂ ਨੇ ਖਾਸ ਤੌਰ ਦੇ ਉੱਤੇ ਜਾਣਕਾਰੀ ਜਾਰੀ ਕੀਤੀ ਹੈ। ਕੈਨੇਡਾ ਭਰ ਵਿੱਚ ਕੋਵਿਡ-19 ਨਾਲ ਸੰਬੰਧਿਤ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਹੁਣ ਇੱਕਦਮ ਲੋੜ ਪਈ ਤੇ ਕਈ ਲੋਕਾਂ ਦੇ ਵੱਲੋਂ ਇਸ ਸੰਬੰਧੀ ਆਪਣੇ ਵਪਾਰ ਸ਼ੁਰੂ ਕਰ ਲਏ ਗਏ। ਉਦਾਹਰਣ ਵਜੋਂ ਜੇਕਰ ਮਾਸਕ ਲੈ ਲਈਏ ਤਾਂ ਨੌਨ ਮੈਡੀਕਲ ਮਾਸਕਸ ਵਾਸਤੇ ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਦੇ ਵੱਲੋਂ ਖਾਸ ਤੌਰ 'ਤੇ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਜਿਹੜੇ ਵੀ ਲੋਕ ਇਸ ਨੂੰ ਬਣਾ ਰਹੇ ਨੇ ਤੇ ਵੇਚ ਰਹੇ ਨੇ ਉਹਨਾਂ ਦੇ ਲਈ ਟੈਕਸਟਾਈਲ ਲੇਬਲਿੰਗ ਹੋਣੀ ਬਹੁਤ ਜ਼ਰੂਰੀ ਹੈ। ਟੈਕਸਟਾਈਲ ਲੇਬਲਿੰਗ ਐਕਟ ਦੇ ਤਹਿਤ ਜੇਕਰ ਉਹ ਮਾਸਕ ਨਹੀਂ ਵੇਚੇ ਜਾਂਦੇ ਤਾਂ $5000 ਤੱਕ ਦਾ ਫਾਈਨ ਵਿਅਕਤੀਆਂ ਨੂੰ ਲੱਗ ਸਕਦਾ ਹੈ। ਦਰਅਸਲ ਇਹ ਅਜਿਹਾ ਹੁੰਦਾ ਹੈ ਕਿ ਜਿਹੜਾ ਵੀ ਮਾਸਕ ਵੇਚਿਆ ਜਾਣਾ ਹੈ ਉਸ ਦੇ ਉੱਤੇ ਇੱਕ ਅਜਿਹਾ ਲੇਬਲ ਲਗਾਇਆ ਜਾਵੇ ਜਿਸ ਦੇ ਉੱਤੇ ਲਿਖਿਆ ਹੋਇਆ ਹੋਵੇ ਕਿ ਆਖਿਰ ਕਿਹੜੀ ਚੀਜ਼ ਤੋਂ ਇਹ ਮਾਸਕ ਬਣਾਇਆ ਗਿਆ ਹੈ ਤੇ ਕਿਸ ਦੇ ਵੱਲੋਂ ਬਣਾਇਆ ਗਿਆ ਹੈ, ਜਿਸ ਨੂੰ ਕਿ ਸਟicker ਵਜੋਂ ਵੀ ਲਗਾਇਆ ਜਾ ਸਕਦਾ ਹੈ, ਟੈਗ ਵਜੋਂ ਵੀ ਨਾਲ ਟੰਗਿਆ ਜਾ ਸਕਦਾ ਹੈ ਜਾਂ ਫਿਰ ਉਸੇ ਦੇ ਅੰਦਰ ਮਾਸਕ ਨੂੰ ਲਪੇਟਿਆ ਹੋਇਆ ਵੀ ਹੋ ਸਕਦਾ ਹੈ। ਇਸ ਸੰਬੰਧੀ ਖਾਸ ਤੌਰ ਤੇ ਜਾਣਕਾਰੀ ਦਿੰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਾ ਹੀ ਉਹ ਅਜਿਹੇ ਮਾਸਕ ਜਾਂ ਚੀਜ਼ਾਂ ਵੇਚਣ ਤੇ ਨਾ ਹੀ ਖਰੀਦਣ ਜੋ ਕਿ ਐਕਟ ਦੀ ਉਲੰਘਣਾ ਕਰਕੇ ਕੀਤਾ ਗਿਆ ਹੋਵੇ। ਜ਼ਿਕਰਯੋਗ ਹੈ ਕਿ ਐਲਬਰਟਾ ਦੀ ਚੀਫ ਮੈਡੀਕਲ ਆਫਿਸਰ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਕਿ ਐਲਬਰਟਾ ਵਿੱਚ ਮਾਸਕ ਪਾ ਕੇ ਬਾਹਰ ਨਿਕਲਣਾ ਜ਼ਰੂਰੀ ਹੈ। ਜਿੰਨੇ ਜ਼ਿਆਦਾ ਲੋਕ ਹੋ ਸਕਦੇ ਨੇ ਕਿ 2 ਮੀਟਰ ਦੀ ਦੂਰੀ ਤੱਕ ਵੀ ਜੇ ਦੂਜੇ ਲੋਕਾਂ ਤੋਂ ਰਹਿਣਾ ਹੈ ਤੇ ਬਾਹਰ ਜਾਣਾ ਹੈ ਤਾਂ ਮਾਸਕ ਪਾ ਕੇ ਜ਼ਰੂਰ ਜਾਇਆ ਜਾਵੇ ਜੋ ਨੌਨ ਮੈਡੀਕਲ ਮਾਸਕ ਨੇ। ਤੇ ਉਹ ਮਾਸਕ ਜਿੱਥੋਂ ਖਰੀਦਣੇ ਨੇ ਉਹ ਟੈਕਸਟਾਈਲ ਲੇਬਲਿੰਗ ਐਕਟ ਦੇ ਅਧੀਨ ਹੀ ਹੋਣੇ ਚਾਹੀਦੇ ਨੇ ਤੇ ਜਿਨ੍ਹਾਂ ਵੱਲੋਂ ਵੇਚੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਵੀ ਇਸ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ। ਬ੍ਰਿਟਿਸ਼ ਕੋਲੰਬੀਆ RCMP ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਉਹਨਾਂ ਦੀ ਇੱਕ ਡਿਟੈਚਮੈਂਟ ਵਿੱਚ ਇੱਕ ਵਿਅਕਤੀ ਵਿਸਫੋਟਕ ਸਮੱਗਰੀ ਲੈ ਕੇ ਆ ਗਿਆ, ਜਿਸ ਤੋਂ ਬਾਅਦ 90 ਮਿੰਟ ਦੇ ਵਾਸਤੇ ਪੂਰੀ ਡਿਟੈਚਮੈਂਟ ਨੂੰ ਖਾਲੀ ਕਰਨਾ ਪਿਆ। ਦਰਅਸਲ ਉਸ ਵਿਅਕਤੀ ਦੇ ਇਰਾਦੇ ਗਲਤ ਨਹੀਂ ਸਨ, ਸਗੋਂ ਉਸ ਦੇ ਕੋਲ ਕੋਈ ਵਿਸਫੋਟਕ ਸਮਾਨ ਪਿਆ ਸੀ ਜਿਸ ਨੂੰ ਉਹ ਪੁਲਿਸ ਕੋਲ ਜਮ੍ਹਾਂ ਕਰਵਾਉਣਾ ਚਾਹੁੰਦਾ ਸੀ। ਪਰ ਇਸ ਦੌਰਾਨ RCMP ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਅਜਿਹੀ ਸਮੱਗਰੀ, ਅਜਿਹਾ ਸਮਾਨ ਜਾਂ ਫਿਰ ਕੋਈ ਪਿਸਤੌਲ ਜਾਂ ਕੋਈ ਵੀ ਚੀਜ਼ ਜਮ੍ਹਾਂ ਕਰਵਾਉਣੀ ਹੋਵੇ ਤਾਂ ਪੁਲਿਸ ਨੂੰ ਕਾਲ ਕੀਤੀ ਜਾਵੇ, ਨਾ ਕਿ ਖੁਦ ਉਹ ਸਮਾਨ ਲੈ ਕੇ ਡਿਟੈਚਮੈਂਟ ਵਿੱਚ ਪਹੁੰਚਿਆ ਜਾਵੇ।
ਤੇ ਤੁਹਾਨੂੰ ਬਾਹਰ ਰੱਖਣਾ ਪਵੇਗਾ ਉਹ ਸਮਾਨ, ਜਿਸ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਟੀਮ ਦੇ ਵੱਲੋਂ ਡਿਸਪੋਜ਼ ਕੀਤਾ ਜਾਵੇਗਾ। ਤੇ ਖਾਸ ਤੌਰ ਦੇ ਉੱਤੇ ਵਿਸਫੋਟਕ ਸਮੱਗਰੀ ਨੂੰ ਲੈ ਕੇ ਜਾਣਕਾਰੀ ਜਾਰੀ ਕੀਤੀ ਗਈ ਹੈ, ਕਿਉਂਕਿ ਆਰਸੀਐਮਪੀ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਥਾਂ ਦੇ ਉੱਤੇ ਡਿਟੈਚਮੈਂਟ ਦੇ ਅੰਦਰ ਇੱਕ ਵਿਅਕਤੀ ਵਿਸਫੋਟਕ ਸਮੱਗਰੀ ਲੈ ਆਇਆ, ਜਦ ਕਿ ਉਹ ਤਾਂ ਜਮ੍ਹਾਂ ਕਰਵਾਉਣ ਆਇਆ ਸੀ। ਉਸ ਦੇ ਇਰਾਦੇ ਨੇਕ ਸਨ, ਪਰ ਫਿਰ ਵੀ 90 ਮਿੰਟ ਦੇ ਲਈ ਸਾਰੀ ਡਿਟੈਚਮੈਂਟ ਨੂੰ ਖਾਲੀ ਕਰਨਾ ਪਿਆ, ਕਿਉਂਕਿ ਵਿਸਫੋਟਕ ਸਮੱਗਰੀ ਕਦੀ ਵੀ ਫਟ ਸਕਦੀ ਹੁੰਦੀ ਹੈ। ਪੂਰੀ ਯੂਨਿਟ ਨੇ ਪਹੁੰਚ ਕੇ ਉਸ ਨੂੰ ਨਸ਼ਟ ਕੀਤਾ ਸੁਰੱਖਿਅਤ ਤਰੀਕੇ ਨਾਲ, ਜਿਸ ਤੋਂ ਬਾਅਦ ਪੁਲਿਸ ਵਿਭਾਗ ਦੇ ਅੰਦਰ ਸਾਰੇ ਅਧਿਕਾਰੀ ਆ ਪਾਏ, ਜਿਸ ਕਰਕੇ ਸਾਰੇ ਹੀ ਅਧਿਕਾਰੀਆਂ ਦਾ 90 ਮਿੰਟ ਦਾ ਸਮਾਂ ਖਰਾਬ ਹੋ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਰਸੀਐਮਪੀ ਨੇ ਸਭ ਨੂੰ ਜਾਗਰੂਕ ਕਰਨ ਦੇ ਲਈ ਕਿਹਾ ਕਿ ਕੋਈ ਵੀ ਵਿਅਕਤੀ ਅਜਿਹਾ ਕੋਈ ਵੀ ਸਮਾਨ ਸਿੱਧਾ ਪੁਲਿਸ ਸਟੇਸ਼ਨ ਲੈ ਕੇ ਨਾ ਪਹੁੰਚੇ, ਸਗੋਂ ਫੋਨ ਕਰਕੇ ਜਾਣਕਾਰੀ ਦੇਵੇ। ਪੁਲਿਸ ਅਧਿਕਾਰੀ ਖੁਦ ਤੁਹਾਡੇ ਤੱਕ ਪਹੁੰਚ ਕਰਨਗੇ ਤੇ ਤੁਹਾਨੂੰ ਦੱਸਣਗੇ ਕਿ ਤੁਸੀਂ ਕਿਵੇਂ ਤੇ ਕਿੱਥੇ ਉਹ ਸਮਾਨ ਰੱਖਣਾ ਹੈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਆ ਕੇ ਉਸ ਸਮਾਨ ਨੂੰ ਲੈ ਜਾਣਗੇ। ਅਗਲੀ ਖਬਰ ਐਡਮੰਟਨ ਤੋਂ, ਜਿੱਥੇ ਕਿ ਇੱਕ 7 ਸਾਲ ਦੀ ਬੱਚੀ ਦਾ ਕਤਲ ਹੋਇਆ। ਇਹ ਉਹੀ ਬੱਚੀ ਹੈ ਜੋ ਗਰਮੀਆਂ ਵਿੱਚ ਘਰ ਦੇ ਬਾਹਰ ਲੈਮਨੇਡ ਦਾ ਵੈਂਡਰ ਲਗਾ ਕੇ ਲੈਮਨੇਡ ਵੇਚ ਰਹੀ ਸੀ ਤੇ ਉਸ ਤੋਂ ਹੋਣ ਵਾਲੀ ਕਮਾਈ ਨੂੰ ਬੱਚਿਆਂ ਦੇ ਹਸਪਤਾਲ ਦੇ ਲਈ ਇਕੱਠਾ ਕਰਦੀ ਸੀ, ਜਿਸ ਤੋਂ ਬਾਅਦ ਇਸ ਬੱਚੀ ਦੇ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ, ਪਰ ਘਰ ਦੇ ਵਿੱਚ ਇੱਕ ਵਿਅਕਤੀ ਨੇ ਉਸ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਐਡਮੰਟਨ ਵਿੱਚ 25 ਐਵੇਨਿਊ ਤੇ 43 ਸਟਰੀਟ ਦੇ ਉੱਤੇ ਸੋਮਵਾਰ ਨੂੰ ਰਾਤੀ 8:45 ਤੇ ਪੁਲਿਸ ਨੂੰ ਇੱਕ ਘਰ 'ਚ ਬੁਲਾਇਆ ਗਿਆ, ਜਿੱਥੇ ਜਦੋਂ ਪੁਲਿਸ ਪਹੁੰਚੀ ਤਾਂ 7 ਸਾਲਾ ਬੱਚੀ ਦੇ ਚਾਕੂ ਵੱਜਿਆ ਹੋਇਆ ਸੀ ਤੇ ਉਹ ਕਾਫੀ ਗੰਭੀਰ ਹਾਲਤ ਵਿੱਚ ਸੀ। ਪੈਰਾਮੈਡਿਕਸ ਨੇ ਬੱਚੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਹੋਮਿਸਾਈਡ ਟੀਮ ਨੂੰ ਬੁਲਾਇਆ ਗਿਆ, ਜਿਸ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਐਡਮੰਟਨ ਪੁਲਿਸ ਸਰਵਿਸ ਹੋਮਿਸਾਈਡ ਸੈਕਸ਼ਨ ਦੇ ਵੱਲੋਂ ਹੁਣ ਪੂਰੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਉਹ ਮ੍ਰਿਤਕ ਬੱਚੀ ਬੈਲਾ ਦੇ ਮਾਂ ਦਾ ਦੋਸਤ ਸੀ। ਬੈਲਾ ਦੇ ਪਿਤਾ ਦੀ 2019 ਜੁਲਾਈ ਦੇ ਵਿੱਚ ਹੀ ਮੌਤ ਹੋਈ ਸੀ, ਜਿਸ ਨੇ ਕਿ ਖੁਦਕੁਸ਼ੀ ਕੀਤੀ ਸੀ। ਮੈਲਿਸਾ, ਜੋ ਕਿ ਬੈਲਾ ਦੀ ਮਾਂ ਹੈ, ਉਹ ਬਹੁਤ ਜ਼ਿਆਦਾ ਗੰਭੀਰ ਸਦਮੇ ਦੇ ਵਿੱਚ ਹੈ, ਜਿਸ ਦੀ ਇੱਕ ਛੋਟੀ ਹੋਰ ਬੱਚੀ ਵੀ ਹੈ। ਦੋਵੇਂ ਬੱਚੀਆਂ ਕਮਰੇ ਦੇ ਵਿੱਚ ਸੌ ਰਹੀਆਂ ਸਨ, ਜਿਸ ਸਮੇਂ ਵੱਡੀ ਬੱਚੀ ਦੇ ਵਿਅਕਤੀ ਨੇ ਚਾਕੂ ਮਾਰ ਦਿੱਤਾ। ਮਾਮਲੇ ਦੇ ਬਾਰੇ ਪੂਰੀ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਜਾਵੇਗੀ। ਫਿਲਹਾਲ ਇੱਕ ਵਿਅਕਤੀ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਨੂੰ ਕਿਸੇ ਹੋਰ ਵਿਅਕਤੀ ਦੀ ਭਾਲ ਨਹੀਂ ਹੈ। ਕੋਵਿਡ-19 ਦੇ ਕਰਕੇ ਜਿੱਥੇ ਚੁਫੇਰੇ ਹਾਲਾਤ ਵਿਗੜੇ ਹੋਏ ਨੇ, ਉੱਥੇ ਹੀ ਵਾਤਾਵਰਣ ਨੂੰ ਕਾਫੀ ਫਾਇਦਾ ਹੋ ਰਿਹਾ ਹੈ, ਜਿਸ ਸੰਬੰਧੀ ਰਿਪੋਰਟਸ ਸਾਹਮਣੇ ਆ ਰਹੀਆਂ ਨੇ। ਗ੍ਰੀਨ ਹਾਊਸ ਗੈਸਾਂ ਦਾ ਨਿਕਲਣਾ ਘਟ ਗਿਆ ਤੇ ਧਰਤੀ ਦੀ ਪਰਤ ਮੁੜ ਤੋਂ ਠੀਕ ਹੋਣ ਲੱਗੀ ਹੈ, ਜੋ ਖਰਾਬ ਹੋ ਚੁੱਕੀ ਸੀ। ਜਦੋਂ ਤੋਂ ਕੋਵਿਡ-19 ਦੇ ਕਰਕੇ ਦੁਨੀਆ ਭਰ ਦੇ ਵਿੱਚ ਹਾਲਾਤ ਵਿਗੜੇ ਨੇ, ਤਾਂ ਇਸੇ ਦੌਰਾਨ ਵਾਤਾਵਰਣ ਨੂੰ ਕਾਫੀ ਜ਼ਿਆਦਾ ਫਾਇਦਾ ਹੋਣ ਦੇ ਬਾਰੇ ਰਿਪੋਰਟਸ ਸਾਹਮਣੇ ਆ ਰਹੀਆਂ ਨੇ, ਜਿਸ ਸੰਬੰਧੀ ਗ੍ਰੀਨ ਹਾਊਸ ਗੈਸਾਂ ਦੇ ਨਿਕਲਣ ਦੇ ਵੀ ਘੱਟ ਹੋਣ ਦੀ ਰਿਪੋਰਟ ਸਾਹਮਣੇ ਆਈ। ਇਸ ਦੇ ਬਾਰੇ ਜਾਣਕਾਰੀ ਜਰਨਲ ਨੇਚਰ ਦੇ ਵਿੱਚ ਦਿੱਤੀ ਗਈ ਹੈ ਕਿ ਦੁਨੀਆ ਭਰ ਦੇ ਵਿੱਚ ਕੋਵਿਡ-19 ਪੈਂਡੈਮਿਕ ਦੇ ਦੌਰਾਨ 17% ਤੱਕ ਗ੍ਰੀਨ ਹਾਊਸ ਗੈਸਾਂ ਦਾ ਨਿਕਲਣਾ ਘੱਟ ਹੋ ਗਿਆ ਹੈ, ਜਿਸ ਦੇ ਲਈ ਸਭ ਤੋਂ ਜ਼ਿਆਦਾ ਟਰਾਂਸਪੋਰਟੇਸ਼ਨ ਦੀ ਵਰਤੋਂ ਜਿੰਨੀ ਜ਼ਿਆਦਾ ਘਟੀ ਹੈ, ਉਨਾ ਜ਼ਿਆਦਾ ਹੀ ਗ੍ਰੀਨ ਹਾਊਸ ਗੈਸਾਂ ਦਾ ਨਿਕਲਣਾ ਘੱਟ ਹੋ ਗਿਆ ਹੈ, ਜਿਸ ਦੇ ਨਾਲ ਵਾਤਾਵਰਣ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਸੰਬੰਧੀ ਵੀ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਕੈਨੇਡਾ ਵਿੱਚ ਗ੍ਰੀਨ ਹਾਊਸ ਗੈਸਾਂ ਦਾ ਨਿਕਲਣਾ 20% ਤੱਕ ਘੱਟ ਹੋ ਗਿਆ ਹੈ, ਜਿਸ ਨੂੰ ਕਿ ਵਾਤਾਵਰਣ ਦੇ ਲਈ ਕਾਫੀ ਜ਼ਿਆਦਾ ਵਧੀਆ ਦੱਸਿਆ ਗਿਆ ਹੈ। ਤੇ ਨਾਲ ਹੀ ਇਹ ਜਾਣਕਾਰੀ ਵੀ ਜਾਰੀ ਕੀਤੀ ਗਈ ਹੈ ਕਿ ਕੈਨੇਡਾ ਵਿੱਚ ਜਿੰਨੀਆਂ ਗ੍ਰੀਨ ਹਾਊਸ ਗੈਸਾਂ ਨਿਕਲੀਆਂ ਘਟੀਆਂ ਨੇ, ਉਸ ਤੋਂ ਕਿਤੇ ਜ਼ਿਆਦਾ ਗ੍ਰੇਟ ਬ੍ਰਿਟੇਨ ਤੇ ਯੂਨਾਈਟਿਡ ਸਟੇਟਸ ਦੇ ਵਿੱਚ ਘਟੀਆਂ ਨੇ, ਕਿਉਂਕਿ ਇਹਨਾਂ ਦੇਸ਼ਾਂ ਵਿੱਚ ਕੋਵਿਡ-19 ਦੌਰਾਨ ਸਖਤੀ ਜ਼ਿਆਦਾ ਕੀਤੀ ਹੋਈ ਹੈ ਤੇ ਕੈਨੇਡਾ ਨਾਲੋਂ ਦੂਜੇ ਦੇਸ਼ਾਂ ਵਿੱਚ ਕਈ ਅਜਿਹੇ ਦੇਸ਼ ਨੇ ਜਿੱਥੇ ਆਵਾਜਾਈ ਬਿਲਕੁਲ ਹੀ ਬੰਦ ਪਈ ਹੈ, ਜਿਸ ਨੂੰ ਲੈ ਕੇ ਉੱਥੇ ਵਾਤਾਵਰਣ ਵਿੱਚ ਜ਼ਿਆਦਾ ਸੁਧਾਰ ਹੁੰਦਾ ਦਿਖਾਈ ਦੇ ਰਿਹਾ ਹੈ। ਤੇ ਇਸੇ ਸੰਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਜਿੰਨਾ ਚਿਰ ਆਵਾਜਾਈ ਬੰਦ ਹੈ ਜਾਂ ਫਿਰ ਘੱਟ ਹੈ, ਉਨਾ ਚਿਰ ਵਾਤਾਵਰਣ ਨੂੰ ਫਾਇਦਾ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਧਰਤੀ ਦੇ ਉੱਤੇ ਪਰਤਾਂ ਜੋ ਨੁਕਸਾਨ ਕਰ ਰਹੀਆਂ ਸਨ, ਉਹਨਾਂ ਦਾ ਘਟਣਾ ਸ਼ੁਰੂ ਹੋ ਗਿਆ ਹੈ। ਗ੍ਰੀਸ ਦੇ ਕੋਲ ਕੈਨੇਡਾ ਦਾ ਫੌਜ ਦਾ ਜਹਾਜ਼ ਕ੍ਰੈਸ਼ ਹੋਇਆ ਸੀ, ਜਿਸ ਤੋਂ ਬਾਅਦ ਹੁਣ ਤੱਕ ਉਸ ਜਹਾਜ਼ ਦਾ ਮਲਬਾ ਕੈਨੇਡਾ ਨਹੀਂ ਲਿਆ ਸਕਿਆ, ਜਿਸ ਤੋਂ ਬਾਅਦ ਹੁਣ US ਦੀ ਆਰਮੀ ਦੇ ਵੱਲੋਂ ਕੈਨੇਡਾ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਕਿ ਉਸ ਮਲਬੇ ਨੂੰ 3000 ਮੀਟਰ ਡੂੰਘੇ ਪਾਣੀ 'ਚੋਂ ਕੱਢਿਆ ਜਾ ਸਕੇ। ਕੈਨੇਡੀਅਨ ਆਰਮਡ ਫੋਰਸਿਸ ਦਾ ਜੋ ਹੈਲੀਕਾਪਟਰ ਗ੍ਰੀਸ ਵਿੱਚ ਕ੍ਰੈਸ਼ ਹੋਇਆ ਸੀ,
ਉਸ ਦੇ ਮਲਬੇ ਨੂੰ ਲੱਭਣ ਦੇ ਲਈ ਅਮਰੀਕੀ ਫੌਜੀਆਂ ਦੇ ਵੱਲੋਂ ਮਦਦ ਕੀਤੀ ਜਾਵੇਗੀ। ਅਮਰੀਕੀ ਮਿਲਟਰੀ ਦੇ ਵੱਲੋਂ ਇਸ ਸੰਬੰਧੀ ਸਹਿਯੋਗ ਦੇਣ ਦੀ ਜਾਣਕਾਰੀ ਦਿੱਤੀ ਗਈ ਹੈ। ਤੂਫਾਨ ਕਰਕੇ ਗ੍ਰੀਸ ਕੋਲ ਸਮੁੰਦਰ ਦੇ ਵਿੱਚ ਹੈਲੀਕਾਪਟਰ ਡਿੱਗ ਗਿਆ ਸੀ ਅਪ੍ਰੈਲ 29 ਨੂੰ, ਜਿਸ ਤੋਂ ਬਾਅਦ ਜਾਂਚ ਵੀ ਕੀਤੀ ਗਈ ਤੇ ਨਾਲ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਕੈਨੇਡਾ ਦੇ ਹੀ ਫੌਜੀ ਉਸ ਜਹਾਜ਼ ਦੇ ਵਿੱਚ ਮੌਜੂਦ ਸਨ, ਜੋ ਕਿ ਕੈਨੇਡੀਅਨ ਆਰਮਡ ਫੋਰਸਿਸ ਦਾ ਹੀ ਜਹਾਜ਼ ਸੀ ਤੇ ਨਾਟੋ ਦੇ ਤਹਿਤ ਟ੍ਰੇਨਿੰਗ ਮਿਸ਼ਨ ਚੱਲ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ, ਜਿਸ ਦੇ ਵਿੱਚ 2 ਫੌਜੀਆਂ ਦੇ ਬਾਰੇ ਤਾਂ ਜਾਣਕਾਰੀ ਮਿਲ ਗਈ ਸੀ ਜੋ ਜਹਾਜ਼ 'ਚ ਮੌਜੂਦ ਸਨ ਕਿ ਉਹਨਾਂ ਦੀਆਂ ਲਾਸ਼ਾਂ ਮਿਲ ਗਈਆਂ ਸਨ, ਪਰ 4 ਹੋਰ ਫੌਜੀਆਂ ਦੀਆਂ ਲਾਸ਼ਾਂ ਅਜੇ ਤੱਕ ਲਾਪਤਾ ਨੇ, ਪਰ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਸੰਬੰਧੀ ਵੌਇਸ ਐਂਡ ਫਲਾਈਟ ਡਾਟਾ ਰਿਕਾਰਡਰ ਤਾਂ ਜ਼ਬਤ ਕਰ ਲਿਆ ਗਿਆ ਹੈ, ਪਰ ਜਹਾਜ਼ ਦਾ ਮੁੱਖ ਮਲਬਾ ਮੰਨਿਆ ਜਾ ਰਿਹਾ ਹੈ ਕਿ ਪਾਣੀ ਦੇ ਹੇਠਾਂ 3000 ਮੀਟਰ ਦੀ ਦੂਰੀ ਤੇ ਹੈ, ਜਿਸ ਨੂੰ ਬਾਹਰ ਕੱਢਣ ਦੇ ਲਈ ਹੁਣ ਅਮਰੀਕਾ ਦੇ ਵੱਲੋਂ ਕੈਨੇਡਾ ਦੀ ਮਦਦ ਕੀਤੀ ਜਾ ਰਹੀ ਹੈ। ਜਿਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰੀਕਾ ਦੀ ਨੇਵੀ ਐਕਸਪਰਟ ਤੇ ਨਾਲ ਹੀ ਉਹਨਾਂ ਦੀ ਤਕਨੀਕ ਦੀ ਵਰਤੋਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਕੈਨੇਡਾ ਦੇ ਵੱਲੋਂ ਇਹ ਅਹਿਮ ਹੋਵੇਗਾ ਕਿ ਆਪਣੇ ਹੈਲੀਕਾਪਟਰ ਦਾ ਮਲਬਾ ਉੱਥੇ ਤੋਂ ਕੱਢ ਕੇ ਲਿਆਂਦਾ ਜਾਵੇ ਜਿੱਥੇ ਇਹ ਹਾਦਸਾ ਵਾਪਰਿਆ। ਫੇਸਬੁੱਕ ਉੱਤੇ ਨਿੱਜੀ ਜਾਣਕਾਰੀ ਨੂੰ ਲੈ ਕੇ ਵੱਖੋ ਵੱਖਰੇ ਦੇਸ਼ਾਂ ਤੋਂ ਵੱਖੋ ਵੱਖਰੀ ਸਥਿਤੀ ਸਾਹਮਣੇ ਆਉਂਦੀ ਰਹਿੰਦੀ ਹੈ, ਜਿੱਥੇ ਕਿ ਖਾਸ ਤੌਰ ਤੇ ਜਦੋਂ ਕਦੇ ਵੋਟਾਂ ਦਾ ਸਮਾਂ ਹੋਵੇ ਜਾਂ ਫਿਰ ਵਿਗਿਆਪਨਾਂ ਦੀ ਇੱਕ ਦੂਜੇ ਤੱਕ ਪਹੁੰਚ ਕਰਵਾਉਣੀ ਹੋਵੇ, ਉਸ ਨੂੰ ਲੈ ਕੇ ਫੇਸਬੁੱਕ ਉੱਤੇ ਕਈ ਵਾਰ ਇਲਜ਼ਾਮ ਲੱਗਦੇ ਆਏ ਨੇ ਕਿ ਨਿੱਜੀ ਜਾਣਕਾਰੀ ਨੂੰ ਵਰਤਿਆ ਗਿਆ ਤੇ ਇਸੇ ਸੰਬੰਧੀ ਕੈਨੇਡਾ ਦੇ ਵਿੱਚ ਵੀ ਇੱਕ ਜਾਂਚ ਚੱਲੀ, ਜਿਸ ਤੋਂ ਬਾਅਦ ਫੇਸਬੁੱਕ ਦੇ ਲਈ $9 ਮਿਲੀਅਨ ਦਾ ਫਾਈਨ ਲਗਾਇਆ ਗਿਆ, ਯਾਨੀ ਕਿ $90 ਲੱਖ ਫਾਈਨ ਫੇਸਬੁੱਕ ਨੂੰ ਦੇਣਾ ਪਵੇਗਾ ਕੈਨੇਡਾ ਨੂੰ। ਆਖਿਰ ਕੀ ਜਾਂਚ ਸੀ ਤੇ ਕੀ ਪੂਰਾ ਮਾਮਲਾ ਸੀ, ਉਹ ਤੁਹਾਨੂੰ ਦਿਖਾਉਂਦੇ ਹਾਂ। ਕੈਨੇਡਾ ਦੇ ਕੰਪੀਟੀਸ਼ਨ ਬਿਊਰੋ ਨੇ ਫੇਸਬੁੱਕ ਨੂੰ $9 ਮਿਲੀਅਨ ਦਾ ਫਾਈਨ ਲਗਾਇਆ, ਜਿਸ ਦੇ ਲਈ $5 ਲੱਖ ਹੋਰ ਫੇਸਬੁੱਕ ਨੂੰ ਇਸ ਕਰਕੇ ਦੇਣੇ ਪੈਣਗੇ ਜੋ ਬਿਊਰੋ ਦੇ ਵੱਲੋਂ ਕੀਤੀ ਗਈ ਜਾਂਚ ਦੇ ਉੱਤੇ ਖਰਚਾ ਆਇਆ ਹੈ। ਮਾਮਲਾ ਕੈਨੇਡੀਅਨਸ ਦੀ ਨਿੱਜੀ ਜਾਣਕਾਰੀ ਨਾਲ ਸੰਬੰਧਿਤ ਹੈ, ਜਿਸ ਦੇ ਲਈ ਬਿਊਰੋ ਨੇ ਦਾਅਵਾ ਕੀਤਾ ਹੈ ਕਿ ਨਿੱਜੀ ਜਾਣਕਾਰੀ ਨੂੰ ਕਿਸੇ ਦੇ ਨਾਲ ਵੀ ਸਾਂਝਾ ਨਾ ਕਰਨ ਦੇ ਬਾਰੇ ਜੋ ਵਾਅਦਾ ਯੂਜ਼ਰਸ ਨੂੰ ਕੀਤਾ ਜਾਂਦਾ ਹੈ, ਉਸ ਦੀ ਉਲੰਘਣਾ ਕੀਤੀ ਗਈ ਹੈ। ਇਸ ਸੰਬੰਧੀ ਜਾਂਚ ਕੀਤੀ ਗਈ ਤੇ ਉਸ ਤੋਂ ਬਾਅਦ ਫੇਸਬੁੱਕ ਨੂੰ ਫਾਈਨ ਲਗਾਇਆ ਗਿਆ ਤੇ ਫੇਸਬੁੱਕ ਨੇ ਵੀ ਇਸ ਐਗਰੀਮੈਂਟ ਨੂੰ ਮੰਨ ਲਿਆ ਤੇ ਇਹ ਫਾਈਨ ਦਿੱਤਾ ਜਾਵੇਗਾ। ਇਸ ਸੰਬੰਧੀ ਦਸਤਖਤ ਅੱਜ ਹੀ ਹੋਏ ਨੇ। ਕੰਪਨੀ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਨੂੰ ਹੋਰ ਅੱਗੇ ਨਹੀਂ ਲੈ ਕੇ ਜਾਣਾ ਚਾਹੁੰਦੇ ਤੇ ਨਾਲ ਹੀ ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜੋ ਨਤੀਜਾ ਕੱਢਿਆ ਗਿਆ ਹੈ ਕਿ ਯੂਜ਼ਰਸ ਦੀ ਨਿੱਜੀ ਜਾਣਕਾਰੀ ਦੀ ਗਲਤ ਵਰਤੋਂ ਹੋ ਰਹੀ ਹੈ, ਉਹ ਗਲਤ ਹੈ। ਇਸ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਬਿਊਰੋ ਨੇ ਜਾਂਚ ਕੀਤੀ ਹੈ ਉਹ ਅਗਸਤ 2012 ਤੋਂ ਜੂਨ 2018 ਤੱਕ ਦੀ ਉਸ ਜਾਣਕਾਰੀ ਦੇ ਆਧਾਰ ਤੇ ਕੀਤੀ ਗਈ ਹੈ ਕਿ ਫੇਸਬੁੱਕ ਨੇ ਸਾਰੇ ਹੀ ਯੂਜ਼ਰਸ ਨੂੰ ਇੱਕ ਆਪਸ਼ਨ ਦਿੱਤੀ ਸੀ ਕਿ ਉਹ ਆਪਣੀ ਨਿੱਜੀ ਜਾਣਕਾਰੀ ਨੂੰ ਸਿਰਫ ਆਪਣੇ ਤੱਕ ਸੀਮਤ ਰੱਖਣ ਦੇ ਲਈ ਜਾਂ ਫਿਰ ਆਪਣੇ ਦੋਸਤਾਂ ਤੱਕ ਸੀਮਤ ਰੱਖਣ ਦੇ ਲਈ ਸੈਟਿੰਗ ਵਿੱਚ ਜਾ ਕੇ ਫੀਚਰਸ ਦੀ ਵਰਤੋਂ ਕਰ ਸਕਦੇ ਨੇ, ਪਰ ਇੱਥੇ ਇਹ ਨਹੀਂ ਸਾਹਮਣੇ ਲਿਆਂਦਾ ਗਿਆ ਕਿ ਉਹਨਾਂ ਦੀ ਜਾਣਕਾਰੀ ਕਿਸੇ ਤੀਜੀ ਧਿਰ ਨੂੰ ਵੀ ਦਿੱਤੀ ਜਾ ਰਹੀ ਹੈ। ਤਾਂ ਇਸੇ ਸੰਬੰਧੀ ਬਿਊਰੋ ਦੇ ਵੱਲੋਂ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਹੁਣ ਫੇਸਬੁੱਕ ਨੂੰ $9 ਮਿਲੀਅਨ ਫਾਈਨ ਦੇਣਾ ਪਵੇਗਾ। ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਹੀ ਐਲਾਨ ਕੀਤਾ ਸੀ, ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਅਗਲੇ ਹੋਰ 30 ਦਿਨ ਦੇ ਵਾਸਤੇ ਅਮਰੀਕਾ ਤੇ ਕੈਨੇਡਾ ਦੇ ਬਾਰਡਰ ਨੂੰ ਬੰਦ ਰੱਖਿਆ ਜਾਵੇਗਾ, ਜਿਵੇਂ ਕਿ ਸਿਰਫ ਜਦੋਂ ਸਪਲਾਈ ਚੇਨ ਨੂੰ ਜਾਰੀ ਰੱਖਣ ਵਾਸਤੇ ਟਰੱਕ ਡਰਾਈਵਰ ਨੇ, ਜਿਹੜੇ ਟਰੱਕਸ ਨੇ ਉਹ ਜਾ ਸਕਦੇ ਨੇ ਤੇ ਬਹੁਤ ਜ਼ਰੂਰੀ ਜਿਹੜੇ ਚੀਜ਼ਾਂ ਨੇ ਉਹਨਾਂ ਦੇ ਵਾਸਤੇ ਹੀ ਆਉਣ ਜਾਣ ਇਸ ਸਮੇਂ ਅਮਰੀਕਾ ਤੇ ਕੈਨੇਡਾ ਦਰਮਿਆਨ ਹੋ ਰਿਹਾ ਹੈ, ਪਰ ਆਮ ਲੋਕਾਂ ਦੇ ਆਉਣ ਜਾਣ ਦੇ ਵਾਸਤੇ ਬਾਰਡਰ ਬੰਦ ਕੀਤੇ ਪਏ ਨੇ। ਤੇ ਪਹਿਲਾਂ ਤਾਂ ਤਰੀਕਾਂ ਸਨ ਕਿ ਹੁਣ ਤੱਕ ਉਹ ਬਹੁਤ ਘੱਟ ਸਮੇਂ ਦੇ ਲਈ ਕੀਤਾ ਗਿਆ ਸੀ ਬਾਰਡਰ ਬੰਦ, ਪਰ ਹੁਣ ਅੱਗੇ ਹੋਰ 30 ਦਿਨ ਦੇ ਵਾਸਤੇ ਇਸ ਨੂੰ ਵਧਾ ਦਿੱਤਾ ਗਿਆ, ਜਿਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਹੀ ਜਾਣਕਾਰੀ ਦਿੱਤੀ, ਜਿਸ ਦੇ ਬਾਰੇ ਕੈਨੇਡੀਅਨ ਬਾਰਡਰ ਸਰਵਿਸਿਜ਼ ਦੇ ਵੱਲੋਂ ਵੀ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਬਾਰਡਰ ਦੇ ਉੱਤੇ ਨਾ ਆਇਆ ਜਾਵੇ, ਬਾਰਡਰ ਨੂੰ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਆਮ ਲੋਕਾਂ ਨੂੰ, ਕਿਉਂਕਿ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿਨ੍ਹਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਅੱਧੇ ਜਾਂ ਅਮਰੀਕਾ 'ਚ ਰਹਿ ਗਏ ਨੇ ਜਾਂ ਕੈਨੇਡਾ 'ਚ ਰਹਿ ਗਏ ਨੇ ਤੇ ਇੱਕ ਦੂਜੇ ਨੂੰ ਮਿਲਣ ਦੇ ਵਾਸਤੇ ਵੀ ਇਸ ਵਕਤ ਕਾਫੀ ਉਤਸੁਕ ਨੇ, ਕਾਫੀ ਲੰਮੇ ਚਿਰ ਤੋਂ ਇੱਕ ਦੂਜੇ ਤੋਂ ਜੁਦਾ ਹੋ ਕੇ ਬੈਠੇ ਨੇ, ਪਰ ਹਜੇ ਵੀ ਉਹਨਾਂ ਨੂੰ ਸਬਰ ਕਰਨ ਦੇ ਵਾਸਤੇ ਕਿਹਾ ਜਾ ਰਿਹਾ ਹੈ ਤੇ 30 ਦਿਨ ਹੋਰ ਦੇ ਲਈ ਬਾਰਡਰ ਬੰਦ ਰਹਿਣਗੇ। Let me begin this morning by confirming that Canada and the United States have once again agreed to extend by 30 days the current measures in place along the border.
This is an important decision that will keep people in both of our countries safe. ਇਸ ਤਰ੍ਹਾਂ ਲਈ ਅੱਜ ਦੇ ਇਸ ਬੁਲਟਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।